ਆਪਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਮਨਾਉਣ ਲਈ ਦਲ ਖਾਲਸਾ ਵੱਲੋਂ ਆਪਣਾ ਪ੍ਰੋਗਰਾਮ ਲਿਖਦੇ ਦੱਸਿਆ ਗਿਆ ਹੈ ਕਿ ਬਲੂ ਸਟਾਰ ਆਪਰੇਸ਼ਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉੱਥੇ ਹੀ ਸਰਕਾਰ ਦੇ ਖਿਲਾਫ ਵੀ ਇਸ ਘੱਲੂਘਾਰੇ ਦੇ ਲਈ ਆਪਣਾ ਵਿਰੋਧ ਵੀ ਜਤਾਇਆ ਜਾਵੇਗਾ, ਕਿਉਂਕਿ ਜਿੱਥੇ 37 ਸਾਲ ਬਾਅਦ ਵੀ ਸਿੱਖਾਂ ਨੂੰ ਇਸ ਘੱਲੂਘਾਰੇ ਦਾ ਇਨਸਾਫ ਨਹੀਂ ਮਿਲਿਆ, ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਕਾਂਡ ਨੂੰ ਵੀ 6 ਸਾਲ ਹੋ ਗਏ ਨੇ। ਸਿੱਖਾਂ ਨੂੰ ਉਹ ਵੀ ਇਨਸਾਫ ਨਹੀਂ ਮਿਲਣ ਤੋਂ ਸਰਕਾਰ ਦੀ ਬਦਨੀਤੀ ਸਾਹਮਣੇ ਆਉਂਦੀ ਹੈ। ਜੀ ਆਇਆਂ ਨੂੰ ਕੱਲ 1 ਜੂਨ ਤੋਂ ਘੱਲੂਘਾਰਾ ਹਫ਼ਤਾ ਆਰੰਭ ਹੋ ਰਿਹਾ ਹੈ। 37 ਸਾਲ ਪਹਿਲਾਂ ਜੂਨ ਮਹੀਨੇ ਦੇ ਵਿੱਚ ਭਾਰਤੀ ਫੌਜ ਵੱਲੋਂ ਭਾਰਤ ਦੀ ਸਰਕਾਰ ਦੇ ਹੁਕਮਾਂ ਅਨੁਸਾਰ ਦਰਬਾਰ ਸਾਹਿਬ ਤੇ ਚੜ੍ਹਾਈ ਕੀਤੀ ਗਈ। 37 ਗੁਰਦੁਆਰਿਆਂ ਦੇ ਨਾਲ ਰੇਡ ਕੀਤਾ ਗਿਆ। ਅਕਾਲ ਤਖਤ ਸਾਹਿਬ ਢਾਇਆ ਗਿਆ। ਗੁਰਦੁਆਰਿਆਂ ਦੀ ਬੇਹੁਰਮਤੀ ਕੀਤੀ ਗਈ। ਸੈਂਕੜੇ ਨਿਹੱਥੇ ਯਾਤਰੀਆਂ ਦੀ ਹੱਤਿਆ ਕੀਤੀ ਗਈ। ਸੈਂਕੜੇ ਮਰਜੀਵੜੇ ਸਿੱਖ ਜੁਝਾਰੂ ਜੂਝਦੇ ਹੋਏ ਸ਼ਹੀਦ ਹੋਏ ਔਰ ਪਿਛਲੇ 37 ਵਰ੍ਹਿਆਂ ਤੋਂ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਬੇਸ਼ਕੀਮਤੀ ਵਡਮੁੱਲਾ ਇਤਿਹਾਸ ਚੋਰੀ ਕੀਤਾ ਗਿਆ, ਉਸ ਨੂੰ ਮੰਗਦਿਆਂ ਹੋ ਗਏ ਹਨ, ਪਰ ਸਰਕਾਰ ਵੱਲੋਂ ਅਜੇ ਤੱਕ ਲਾਇਬ੍ਰੇਰੀ ਦਾ ਬੇਸ਼ਕੀਮਤੀ ਸਮਾਨ ਵਾਪਸ ਨਹੀਂ ਕੀਤਾ ਗਿਆ। ਕੋਈ ਇੰਟਰਨੈਸ਼ਨਲ ਪ੍ਰੋਬ ਨਹੀਂ ਕੀਤੀ ਗਈ। ਹਾਲੇ ਤੱਕ ਪੰਜਾਬ ਸਰਕਾਰ ਨੇ ਇਹ ਵੀ ਨਹੀਂ ਦੱਸਿਆ ਕਿ ਦਰਬਾਰ ਸਾਹਿਬ ਦੇ ਵਿੱਚ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ, ਕਿੰਨੇ ਪੋਸਟਮਾਰਟਮ ਹੋਏ, ਕਿੰਨੇ ਲੋਕਾਂ ਦੇ ਕਰਮਿਸ਼ਨ ਕੀਤੇ ਗਏ। ਇਸ ਬਾਰੇ ਕਿਸੇ ਸਰਕਾਰ ਨੇ, ਕਿਸੇ ਵੀ ਪਾਰਟੀ ਨੇ ਨਾ ਤਾਂ ਕੋਈ ਉਪਰਾਲਾ ਕੀਤਾ ਤੇ ਨਾ ਹੀ ਕਿਸੇ ਸਰਕਾਰ ਨੇ ਹਾਲੇ ਤੱਕ ਗਿਣਤੀ ਜਨਤਕ ਕੀਤੀ ਕਿ ਕਿੰਨੇ ਲੋਕਾਂ ਦੀ 84 ਦੇ ਵਿੱਚ ਜਾਨਾਂ ਗਈਆਂ ਹਨ। 37 ਸਾਲਾਂ ਤੋਂ ਕੌਮ ਇਸ ਪੀੜਾ ਦੇ ਵਿੱਚੋਂ ਲੰਘ ਰਹੀ ਹੈ। ਜ਼ਖਮ ਹਰੇ ਨੇ, ਪੀੜ ਸਜਰੀ ਹੈ ਔਰ ਹਰ ਵਰੇ ਕੌਮ 6 ਜੂਨ ਨੂੰ ਅਕਾਲ ਤਖਤ ਸਾਹਿਬ ਵਿਖੇ ਇਕੱਠੀ ਹੋ ਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੀ ਹੈ, ਉੱਥੇ ਜਿਸ ਸਰਕਾਰ ਨੇ, ਜਿਸ ਹਕੂਮਤ ਨੇ, ਜਿਸ ਇੰਡੀਅਨ ਸਟੇਟ ਨੇ ਇਹ ਹਮਲਾ ਵਿਉਂਤਿਆ ਕੀਤਾ ਔਰ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਉਸ ਨੂੰ ਚੈਲੰਜ ਕਰਕੇ, ਉਸ ਨੂੰ ਚੁਣੌਤੀ ਦੇ ਕੇ ਇਹ ਦੱਸਦੀ ਹੈ ਕਿ ਅਸੀਂ ਤੁਹਾਡੀ ਜਿਹੜਾ ਇਹ ਕਾਰਾ ਸੀ, ਜਿਹੜਾ ਇਹ ਨਿੰਦਣਯੋਗ ਕਾਰਾ ਸੀ, ਉਸ ਨੂੰ ਨਾ ਭੁੱਲੇ ਹਾਂ, ਨਾ ਅਸੀਂ ਤੁਹਾਨੂੰ ਮਾफ़ ਕੀਤਾ ਹੈ। ਸੋ 1984 ਦਾ ਇਹ ਕਾਰਾ ਨਾ ਭੁੱਲਣਯੋਗ ਹੈ, ਨਾ ਬਖਸ਼ਣਯੋਗ ਹੈ। ਇਸ ਨਾਅਰੇ ਹੇਠ ਹਰ ਵਰੇ ਇਹ ਘੱਲੂਘਾਰਾ ਹਫ਼ਤਾ ਮਨਾਇਆ ਜਾਂਦਾ ਹੈ। ਦਲ ਖਾਲਸਾ ਵੀ ਪਿਛਲੇ 20-22 ਸਾਲ ਤੋਂ ਇਹ ਹਫ਼ਤਾ ਮਨਾਉਂਦਾ ਆ ਰਿਹਾ ਹੈ। 5 ਜੂਨ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਸਾਡਾ ਬਹੁਤ ਵੱਡਾ ਇੱਕ ਵਿਸ਼ਾਲ ਘੱਲੂਘਾਰਾ ਯਾਦਗਾਰੀ ਮਾਰਚ ਨਿਕਲਦਾ ਹੈ ਔਰ 6 ਜੂਨ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਵਾਰ ਵੀ ਅਸੀਂ ਕੋਵਿਡ ਕਾਰਨਾਂ ਕਰਕੇ ਕੁਝ ਤਬਦੀਲੀਆਂ ਕੀਤੀਆਂ ਹਨ, ਕਿਉਂਕਿ ਕੋਵਿਡ ਦੇ ਕੇਸ ਬਹੁਤ ਸਨ। ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨਾ ਸਾਡਾ ਵੀ ਫਰਜ਼ ਹੈ। ਅਸੀਂ ਵੀ ਇਸ ਖਿੱਤੇ ਦੇ ਨਾਗਰਿਕ ਹਾਂ। ਸੋ ਅਸੀਂ ਕੁਝ ਤਬਦੀਲੀਆਂ ਇਹ ਕੀਤੀਆਂ ਹਨ ਕਿ ਇਸ ਵਾਰ ਮਾਰਚ ਨਾ ਕੱਢ ਕੇ ਅਸੀਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਘੱਲੂਘਾਰਾ ਯਾਦਗਾਰੀ ਸਮਾਗਮ ਕਰਾਂਗੇ, ਗੁਰੂ ਘਰਾਂ ਦੇ ਅੰਦਰ। ਦੂਸਰਾ, ਇਹ ਸਮਾਗਮ 3 ਜੂਨ ਨੂੰ ਮੋਗਾ ਵਿਖੇ ਹੋਏਗਾ। ਉਸੇ ਦਿਨ ਬਾਅਦ ਦੁਪਹਿਰ ਇੱਕ ਸਮਾਗਮ ਲੁਧਿਆਣੇ ਦੇ ਮੁੱਲਾਪੁਰ ਵਿਖੇ ਹੋਏਗਾ। 4 ਜੂਨ ਨੂੰ ਬਠਿੰਡਾ ਵਿਖੇ ਹੋਏਗਾ। 5 ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਹੋਏਗਾ ਤੇ 6 ਨੂੰ ਅਸੀਂ ਸਾਰੇ ਪੰਥ ਦੇ ਨਾਲ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਹੋਵਾਂਗੇ। 6 ਦੀ ਸਾਡੀ ਬੰਦ ਦੀ ਕਾਲ ਪਿਛਲੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਔਰ ਅੰਮ੍ਰਿਤਸਰ ਦੇ ਵਾਸੀ ਸਾਨੂੰ ਇਸ ਦੇ ਵਿੱਚ ਸਹਿਯੋਗ ਵੀ ਪੂਰਨ ਤੌਰ ਤੇ ਦਿੰਦੇ ਆ ਰਹੇ ਹਨ। ਇਸ ਵਾਰ ਵੀ ਸਾਡੀ ਬੰਦ ਦੀ ਕਾਲ ਉਸੇ ਤਰ੍ਹਾਂ ਕਾਇਮ ਹੈ, ਪਰ ਕਿਉਂਕਿ ਲੋਕਡਾਊਨ ਕਰਕੇ ਪਹਿਲਾਂ ਹੀ ਜਿਹੜੀਆਂ ਬਹੁਤਾਤ ਦੁਕਾਨਾਂ ਬੰਦ ਰਹਿੰਦੀਆਂ ਹਨ, ਸਿਰਫ ਅਸੈਂਸ਼ੀਅਲ ਆਈਟਮਸ ਦੀਆਂ ਦੁਕਾਨਾਂ ਖੁੱਲ੍ਹਦੀਆਂ ਹਨ। ਸਾਡੀ ਉਹਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਉਸ ਦਿਨ ਇੱਕ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ, ਉਹਨਾਂ ਨਿਹੱਥੇ ਲੋਕ ਜਿਹੜੇ ਮਾਰੇ ਗਏ ਨੇ ਉਹਨਾਂ ਦੀ ਯਾਦ ਵਿੱਚ
ਤੁਸੀਂ ਉਸ ਦਿਨ ਇੱਕ ਦਿਨ ਆਪਣੇ ਕਾਰੋਬਾਰ ਬੰਦ ਰੱਖੋ। ਸੋ ਮੁਕੰਮਲ ਬੰਦ ਰਹੇਗਾ 6 ਨੂੰ। 5 ਨੂੰ ਸਮਾਗਮ ਹੋਣਗੇ, 4 ਨੂੰ ਸਮਾਗਮ ਹੋਣਗੇ, 3 ਨੂੰ ਸਮਾਗਮ ਹੋਣਗੇ। ਸੋ ਇਸ ਵਾਰ ਅਸੀਂ ਕੋਵਿਡ ਕਾਰਨਾਂ ਕਰਕੇ ਮਾਰਚ ਨਾ ਕੱਢ ਕੇ ਸਮਾਗਮ ਕਰ ਰਹੇ ਹਾਂ। ਜੋ ਹਾਲਾਤ ਅੱਜ ਇੱਥੇ ਬਣੇ ਹੋਏ ਨੇ, ਕੱਲ 1 ਜੂਨ ਹੈ, ਬਰਗਾੜੀ ਦੇ ਵਿੱਚ ਜੋ ਗੁਰੂ ਮਹਾਰਾਜ ਦੀ ਬੇਹੁਰਮਤੀ ਹੋਈ ਸੀ, ਗੁਰੂ ਸਾਹਿਬ ਦੇ ਦਾ ਜਿਹੜਾ ਸਰੂਪ ਚੋਰੀ ਕੀਤਾ ਗਿਆ ਸੀ, ਉਸ ਨੂੰ ਵੀ 6 ਸਾਲ ਹੋ ਜਾਣਗੇ। ਸੋ 1984 ਤੋਂ ਲੈ ਕੇ ਤੇ 1 ਜੂਨ ਬਰਗਾੜੀ 2015 ਤੱਕ ਜਿਹੜਾ ਬਿਰਤਾਂਤ ਹੈ ਉਹ ਸੇਮ ਉਸੇ ਤਰ੍ਹਾਂ ਚੱਲਦਾ ਆ ਰਿਹਾ। ਨਾ ਇਨਸਾਫ ਜੂਨ ਦੀਆਂ ਘਟਨਾਵਾਂ ਦਾ ਮਿਲਿਆ, ਨਾ ਇਨਸਾਫ ਬਰਗਾੜੀ ਦਾ ਮਿਲਿਆ। ਜਿਹੜੀਆਂ ਸਰਕਾਰਾਂ ਨੇ ਭਾਰਤ ਦੀਆਂ, ਉਹ ਇੱਕ ਕਲੋਨੀਅਲ ਗਵਰਨੈਂਸ ਜਿਹੜੀ ਹੈ ਉਹ ਕੰਟੀਨਿਊ ਹੈ, ਇੱਕ ਕਲੋਨੀ ਵਜੋਂ ਗਵਰਨ ਕਰਦੀਆਂ ਨੇ। ਔਰ ਕਲੋਨੀਅਲ ਗਵਰਨੈਂਸ ਹੈ ਕਿਉਂਕਿ ਦੇਖੋ ਤੁਸੀਂ 1919 ਦਾ ਜਿਹੜਾ ਜਲਿਆਂਵਾਲਾ ਬਾਗ ਦਾ ਕਾਂਡ ਹੈ, ਉਸ ਕਾਂਡ ਤੋਂ ਲੈ ਕੇ ਜਿਹੜਾ 84 ਦਾ ਕਾਂਡ ਹੈ ਦਰਬਾਰ ਸਾਹਿਬ ਦੇ ਵਿੱਚ, ਇਹ ਸਾਰਾ ਇੱਕ ਇੰਡੀਅਨ ਸਟੇਟ ਦੀ ਕਲੋਨੀਅਲ ਮਾਈਂਡਸੈਟ ਦੀ ਜਿਹੜੀ ਕੰਟੀਨਿਊਟੀ ਉਹ ਤੁਹਾਨੂੰ ਦੱਸਦਾ ਕਿ ਜਿਵੇਂ ਬ੍ਰਿਟਿਸ਼ ਨੇ ਆਪਣੇ ਡਾਇਸੈਂਟ ਨੂੰ, ਆਪਣੇ ਮੁਖਾਲਫਾਂ ਨੂੰ, ਆਪਣੇ ਰੈਬਲਸ ਨੂੰ ਜਿਸ ਤਰੀਕੇ ਦੇ ਨਾਲ ਗੋਲੀਆਂ ਨਾਲ ਭੁੰਨਿਆ, ਉਸੇ ਤਰ੍ਹਾਂ ਇੰਡੀਅਨ ਸਟੇਟ ਦੇ ਜਿਹੜੇ ਸੰਚਾਲਕ ਨੇ, ਜਿਹੜੇ ਇੰਡੀਅਨ ਲੀਡਰਸ ਨੇ, ਉਹਨਾਂ ਨੇ ਵੀ ਬ੍ਰਿਟਿਸ਼ ਤੋਂ ਉਹੀ ਮਾਨਸਿਕਤਾ ਲੈ ਕੇ ਆਪਣੇ ਲੋਕਾਂ ਦੇ ਨਾਲ ਵੀ ਉਸੇ ਤਰ੍ਹਾਂ ਵਿਹਾਰ ਕੀਤਾ ਜਿਵੇਂ ਬ੍ਰਿਟਿਸ਼ਰਸ ਨੇ ਇੰਡੀਅਨਸ ਦੇ ਨਾਲ 1919 ਦੇ ਵਿੱਚ ਕੀਤਾ ਸੀਗਾ। ਸੋ ਜਿਹੜੀ ਕਲੋਨੀਅਲ ਗਵਰਨੈਂਸ ਉਹ ਕੰਟੀਨਿਊ ਹੈ, ਅੱਜ ਵੀ ਉਸੇ ਤਰ੍ਹਾਂ ਉਹੀ ਮਾਈਂਡਸੈਟ ਜਿਹੜੀ ਹੈ ਇੰਡੀਆ ਦੇ ਵਿੱਚ ਗਵਰਨ ਕਰ ਰਹੀ ਹੈ। ਡਾਇਸੈਂਟ ਦੀ ਕੋਈ ਥਾਂ ਨਹੀਂ ਹੈ, ਇਨਸਾਫ ਮਿਲਦਾ ਨਹੀਂ ਹੈ, ਲੋਕਾਂ ਨੂੰ, ਨੌਜਵਾਨਾਂ ਨੂੰ ਮਜਬੂਰ ਹੋ ਕੇ ਆਪਣੇ ਆਪ ਇਨਸਾਫ ਲੈਣਾ ਪੈਂਦਾ, ਫਿਰ ਉਹਨਾਂ ਨੂੰ ਅੱਤਵਾਦੀ ਦਾ ਲੇਬਲ ਹੇਠ ਉਹਨਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਸੋ ਜਦੋਂ ਇਨਸਾਫ ਹੀ ਨਹੀਂ ਮਿਲੇਗਾ, ਜਦੋਂ ਲੋਕਾਂ ਦੇ ਹੱਕ ਹਕੂਕ ਹੀ ਨਹੀਂ ਮਿਲਣਗੇ, ਔਰ ਜਿਹੜੀਆਂ ਸਰਕਾਰਾਂ ਨੇ ਉਹ ਅਤਿਆਚਾਰੀ ਔਰ ਇੱਕ ਫਾਸੀਵਾਦੀ ਨੀਤੀ ਤਹਿਤ ਲੋਕਾਂ ਨੂੰ ਦਬਲਣਗੀਆਂ, ਕੁਚਲਣਗੀਆਂ, ਉਹਨਾਂ ਦੇ ਹੱਕ ਮਾਰਨਗੀਆਂ, ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਜੂਨ 84 ਵਰਗੇ ਵਾਕਿਆਤ ਬਾਰ-ਬਾਰ ਹੋਣਗੇ।